बिस्मिल्लाहिर्रहमानिर्रहीम। मैं जी मोहम्मद सरफराज इस वेले नूरपुरी तिबिया कॉलेज मूंगी बंगला रोड बाईपास गोजरा पिंड मुहम्मदपुरा जिन्हों भगतूपुरा भी कहते हैं उत्थे मौजूद हाँ। मेरे नाल ने इस कॉलेज के बानी प्रिंसीपल हकीम अख्तियार अहमद नवीस साहब। हकीम साहब ना सिर्फ खानदानी हकीम ने बल्कि उस्तादुल हुक्मा जी। बहुत सारे हकीम जेड़े इस मुल्क नूं दिते ते उन्हां नाल उन्हां दी मेहरबानी कि टाइम दिता गल करते हैं जी। अस्सलाम वालेकुम सर। वालेकुम सलाम जनाब अली। सर पहले तो तुसी दसो ये हिकमत जिहड़ी है तुसी खुद अख्तियार कीती है या तुहाडा कोई पहले भी सी खानदान च? सर जी साड़ा खानदान बहुत देर तो एक हिकमत कर रहा जी। जी हम साढ़े दादा जी भी हिकमत करते सी अच्छा जी। और वो अजमल खान साहब दे हम असर सीगे। माशाअल्लाह जी। उन्हां दा इसमें ग्रामी की सी जी? हकीम मोहम्मद मूसा जी। हकीम मोहम्मद मूसा साहब। ब्याज कबीर च उन्हों दा एक नुस्खा भी हैगा जी। जी ब्याज कबीर च। जी 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 ते कबीरुद्दीन साहब साढ़े ताया जी दे क्लास फैलो सी। ठीक है जी। अजमल खान दे वो भी शागिर्द सी ते भी अजमल खान दे शागिर्द साढ़े ताया जी। ठीक है जी। ते इस करके बड़े देर तो साढ़े खानदान च ਇਹ ਫਨ ਚੱਲ ਰਿਹਾ। अच्छा जी। ਜਦੋਂ ਸਾਡੇ ਦਾਦਾ ਜੀ ਤਾਇਆ ਜੀ ਨੂੰ ਦਾਖਲ ਕਰਾਉਣ ਗਿਆ ਸੀ जी ਉਦੋਂ ਉਹਨਾਂ ਨੇ ਇੱਕ ਮਰੀਜ਼ ਦਿਖਾਇਆ ਤੇ ਦਾਦਾ ਜੀ ਨੇ ਵੀ ਬਗੈਰ ਕਿਸੇ ਗੱਲ ਪੁੱਛਿਓ ਨਬਜ਼ ਦੇਖ ਕੇ जी ਉਹਨਾਂ ਦਾ ਨੁਸਖਾ ਲਿਖ ਦਿੱਤਾ। जी ਅਜਮਲ ਖਾਨ ਸਾਹਿਬ ਨੇ ਫਰਮਾਇਆ ਵੀ ਹਕੀਮ ਸਾਹਿਬ ਆ ਜਿਵੇਂ ਤੁਸੀਂ ਮਰੀਜ਼ ਦੇਖ ਕੇ ਨੁਸਖਾ ਲਿਖ ਦਿੱਤਾ ਤੁਹਾਨੂੰ ਤਾਂ ਲੋੜ ਨਹੀਂ ਕਿ ਇਹਨਾਂ ਨੂੰ ਇੱਥੇ ਪੜ੍ਹਨ ਲਈ ਭੇਜੋ। जी तो दादा जी ने फिर फरमाया जी कि मैं चाहना खानदान शरीफी जी ਉਹਦੇ ਤੋਂ ਫੈਜ਼ਯਾਬ ਹੋਣ ਸਾਡੇ ਬੱਚੇ। जी ਤੇ ਅਜਮਲ ਖਾਨ ਸਾਹਿਬ ਖਾਨਦਾਨ ਸ਼ਰੀਫੀ ਦੇ ਅਜ਼ੀਮ ਮੈਂਬਰ ਸੀਗੇ जी ਤੇ ਇਸ ਕਰਕੇ ਉਹਨਾਂ ਦੀ ਸ਼ਾਗਿਰਦੀ 'ਚ ਦੇ ਆਏ। जी ਉਹਦੇ ਤੋਂ ਸਾਡੇ ਤਾਇਆ ਜੀ ਨੇ ਫਿਰ ਉੱਥੋਂ ਇਲਮ ਹਾਸਲ ਕੀਤਾ जी ਤੇ ਗਾਂ ਉਦੋਂ ਦੇ ਅਸੀਂ ਉਸ ਖਾਨਦਾਨ ਨਾਲ ਵੀ ਉਹਨਾਂ ਦੀ ਬਣਾਈ ਹੋਈ ਜਮਾਤ ਤੇ ਵੀ ਕਾਨਫਰੰਸ ਨਾਲ ਵੀ ਮੁਨਸਲਕ ਹਾਂ जी ਤੇ ਉਹਦੇ ਲਈ ਕੰਮ ਵੀ ਕਰੀਦਾ। जी ਉਹਨਾਂ ਦੀ ਸਰਬਰਾਹੀ ਨੂੰ ਅਸੀਂ ਸਮਝਦੇ ਸਾਡੇ ਲਈ ਬਾਇਸ ਇਫਤਖਾਰ ਆ। जी ਤੁਹਾਡੇ ਯਾਨੀ ਦਾਦਾ ਜੀ ਉਸ ਤੋਂ ਬਾਅਦ ਤਾਇਆ ਜੀ? ਤਾਇਆ ਜੀ ਵੀ ਵਾਲਦ ਸਾਹਿਬ ਵੀ ਤਾਇਆ ਜੀ ਦਾ ਕੀ ਇਸਮੇ ਗ੍ਰਾਮੀ ਸੀ ਜੀ? ਅਬਦੁਲ ਕਰੀਮ ਸਾਹਿਬ ਔਰ ਅਬਦੁਲ ਰਹਿਮਾਨ ਸਾਹਿਬ ਮੇਰੇ ਦੋ ਤਾਇਆ ਜੀ ਸੀ ਜੀ। ਅੱਛਾ ਦੋਨੋਂ ਹੀ ਤਿਬ ਕਰਦੇ ਸੀ। ਮੇਰੇ ਵਾਲਦ ਸਾਹਿਬ ਹਕੀਮ ਰਸ਼ੀਦਉੱਦੀਨ ਉਹ ਵੀ ਤਿਬ ਕਰਦੇ ਸੀ ਜੀ। ਠੀਕ ਹੈ ਜੀ। ਅਸੀਂ ਉਦੋਂ ਦੇ ਤਿਬ ਕਰ ਰਹੇ ਹਾਂ ਜੀ। ਸਰ ਉਹ ਤਾਂ ਮਾਸ਼ਾਅੱਲਾ ਨੂਰਪੁਰੀ ਨਾਮ ਆ ਇੱਕ ਮੁਲਕ ਦੇ ਵਿੱਚ। ਜੀ ਜੀ ਸੁਣਿਆ ਇੰਡੀਆ ਦੇ ਵਿੱਚ ਵੀ ਤੁਹਾਡਾ ਜਿਹੜਾ ਹਜੇ ਵੀ ਹੈ ਨਾਮ ਚੱਲਦਾ। ਸਰ ਜੀ ਇਹ ਜਿਹੜਾ ਨੂਰਪੁਰ ਸੀ ਇਹ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਦਾ ਇੱਕ ਪਿੰਡ ਸੀਗਾ। ਅੱਛਾ ਜੀ। ਤੇ ਹੁਣ ਕੋਈ 5-7 ਸਾਲ ਪਹਿਲੇ ਜੀ ਸਾਡੇ ਕੋਲੋਂ ਨੂਰਪੁਰ ਚੋਂ ਕੋਈ ਸਿੱਖ ਆਏ ਸੀਗੇ ਵੀ ਤੁਹਾਡੇ ਸਾਡੇ ਵੱਡਿਆਂ ਨੇ ਕਿਹਾ ਉਹਨਾਂ ਨੂੰ ਮਿਲ ਕੇ ਆਓ ਜੀ ਕਿਉਂਕਿ ਉਹ ਸਾਡੇ ਨਾਲ ਇਕੱਠੇ ਰਹੇ ਆ। ਜੀ ਤੇ ਨਾਲ ਉਹਨਾਂ ਨੇ ਦੱਸਿਆ ਕਿ ਪਿੰਡ ਤੋਂ ਬਾਅਦ ਜੀ ਜੀ ਬਾਹਰ ਦੀ ਇੱਕ ਸੜਕ ਗੁਜ਼ਰੀ ਆ ਜੀ ਉਹਦੇ ਤੇ ਹੁਣ ਵੀ ਨੂਰਪੁਰ ਹਕੀਮਾਂ ਵਾਲਾ ਲਿਖਿਆ। ਅੱਛਾ ਜੀ। ਨੂਰਪੁਰ ਹਕੀਮਾ ਵਾਲਾ। ਹਕੀਮਾਂ ਵਾਲਾ। ਮਾਸ਼ਾਅੱਲਾ। ਤੁਸੀਂ ਪਾਕਿਸਤਾਨ ਆ ਗਏ ਇੱਥੇ ਨੂਰ ਫੈਲਾਈ ਜਾਂਦੇ ਲੇਕਿਨ ਨੂਰਪੁਰ ਹਕੀਮਾ ਵਾਲਾ ਹਜੇ ਵੀ ਫਿਰੋਜ਼ਪੁਰ ਦੇ ਵਿੱਚ ਹੈ। ਹਾਂਜੀ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਦੇ ਵਿੱਚ ਗਾਉਂ ਆ ਨੂਰਪੁਰ। ਉੱਥੇ ਹਜੇ ਵੀ ਕੀ ਨਾ ਬਾਹਰ ਦੀ ਸੜਕ ਨਿਕਲਦੀ ਤਾਂ ਨੂਰਪੁਰ ਹਕੀਮਾਂ ਹੀ ਲਿਖਿਆ ਜੀ। ਮਾਸ਼ਾਅੱਲਾ ਜੀ। ਅੱਛਾ ਸਰ ਇਹ ਜਿਹੜਾ ਤਿਬੀਆ ਕਾਲਜ ਤੁਸੀਂ ਬਣਾਇਆ ਜੀ ਇਹਦੀ ਕੀ ਜ਼ਰੂਰਤ ਪੇਸ਼ ਆ ਗਈ? ਸਰ ਜੀ ਦੇਖੋ ਇਹ ਮੇਰਾ ਸ਼ੌਕ ਵੀ ਸੀ ਜੀ ਕਿ ਇਲਮ ਨੂੰ ਗਾਂਹ ਫੈਲਾਉਣਾ ਚਾਹੀਦਾ ਜੀ ਤੇ ਅੱਲਾਹ ਤਾਲਾ ਨੇ ਮੌਕਾ ਦਿੱਤਾ ਜੀ ਇਹ ਸਬਬ ਬਣ ਗਿਆ ਜੀ ਤੇ ਅਲਹਮਦੁਲਿਲਾ ਮੈਂ ਦਰਖਾਸਤ ਦਿੱਤੀ ਇਹਦੀ। ਜੀ ਸਾਡੀ ਕਿਆਦਤ ਮਤਲਬ ਮਨਸੂਰ ਸਾਹਿਬ ਸਾਡੇ ਸੈਕਟਰੀ ਜਨਰਲ ਨੇ, ਜੀ ਜ਼ਾਹਦ ਅਸ਼ਰਫ ਸਾਹਿਬ ਸੀਨੀਅਰ ਨਾਇਬ ਸਦਰ ਨੇ ਪਾਕਿਸਤਾਨ ਦੇ, ਜੀ ਉਹਨਾਂ ਨਾਲ ਵੀ ਮੁਲਾਕਾਤ ਹੋਈ। ਹਾਫਿਜ਼ ਯੂਨਸ ਸਾਹਿਬ ਮਰਹੂਮ ਜੀ ਉਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਉਹਨੂੰ ਮੈਨੂੰ ਪੁੱਛਦਾ ਵੀ ਤੂੰ ਸੀਰੀਅਸ ਆ ਵੀ ਵਾਕਈ ਬਣਾਉਣਾ? ਅੱਛਾ ਜੀ। ਮੈਂ ਕਿਹਾ ਸਰ ਮੈਂ ਸੀਰੀਅਸ ਨਾ ਹੁੰਦਾ ਤਾਂ ਤੁਹਾਡੇ ਕੋਲ ਗੁਜ਼ਾਰਿਸ਼ ਕਿਉਂ ਕਰਦਾ। ਅੱਛਾ ਜੀ। ਉਹਨਾਂ ਨੇ ਫਿਰ ਕਿਹਾ ਵੀ ਅੱਛਾ ਇੱਥੇ ਦਰਖਾਸਤ ਲਿਖਦੇ ਤਾਂ ਚਲੋ ਜ਼ਾਹਦ ਸਾਹਿਬ ਤੇ ਮਨਸੂਰ ਸਾਹਿਬ ਨਾਲ ਗੱਲ ਕਰੀਏ। ਜੀ ਜਦੋਂ ਮਨਸੂਰ ਸਾਹਿਬ ਔਰ ਜ਼ਾਹਦ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਅਸੀਂ ਦਾਮੇ ਦਰਮੇ ਸਿੱਖਣੇ ਔਰ ਤਾਮਨ ਕਰਾਂਗੇ ਔਰ ਨਾਲ ਤੁਹਾਨੂੰ ਟੀਚਰ ਵੀ ਦੇਵਾਂਗੇ ਜੀ ਜਿਹੜੇ ਤੁਸੀਂ ਚਾਹੋਗੇ। ਜੀ ਤੇ ਉਹਨਾਂ ਦੀ ਮਿਹਰਬਾਨੀ ਆ। ਜੀ ਕੁਦਰਤੀ ਬਾਤ ਆ ਕਿ ਜਦੋਂ ਦਰਖਾਸਤ ਦਿੱਤੀ ਉਹਦੇ ਬਾਅਦ ਮੈਨੂੰ ਕੋਈ ਤਕਲੀਫ ਹੋ ਗਈ ਜੀ
ਜਿਹਦੇ ਵਜ੍ਹਾ ਨਾਲ ਮੈਂ ਆਪ ਮਤਲਬ ਸਰਗਰਮ ਤੌਰ ਤੇ ਮੂਵ ਨਹੀਂ ਕਰ ਸਕਿਆ। ਜੀ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਬਹਿਣਾ, ਇਹ ਕਾਲਜ ਹੁਣ ਅਸੀਂ ਮਨਜ਼ੂਰ ਕਰਾਵਾਂਗੇ। ਮਾਸ਼ਾਅੱਲਾ ਜੀ। ਤੇ ਫਿਰ ਉਹਨਾਂ ਦੀਆਂ ਮਿਹਨਤਾਂ ਨਾਲ ਆ ਜੀ ਕਿ ਉਹਨਾਂ ਨੇ ਤਾਵਨ ਕੀਤਾ ਤੇ ਅਲਹਮਦੁਲਿਲਾ ਇਹ ਕਾਲਜ ਬਣ ਗਿਆ ਜੀ। ਹੁਣ ਇਹਨੂੰ 4 ਸਾਲ ਹੋ ਚੱਲੇ। 4 ਸਾਲ ਹੋ ਗਏ ਜੀ। ਜੀ ਇਸ ਕਾਲਜ ਦੇ ਵਿੱਚ ਕਿਹੜੀ ਤਾਲੀਮ ਦਿੱਤੀ ਜਾਂਦੀ ਜੀ? ਸਰ ਜੀ ਫਿਲਹਾਲ ਤਾਂ ਸਿਰਫ ਫਾਜ਼ਲ ਤੇ ਬਹੁਤ ਜਰਾਹਤ ਦੀ ਤਾਲੀਮ ਦਿੱਤੀ ਜਾਂਦੀ ਆ। ਹਾਂਜੀ ਮੁਸਤਕਬਲ ਕਰੀਬ ਚ ਜੀ ਸਾਡਾ ਇਰਾਦਾ ਕਿ ਇੱਥੇ ਹਜਾਮਾ ਕੋਰਸ ਵੀ ਕਰਾਇਆ ਜਾਏ, ਜੀ ਇੱਥੇ ਜਰਾਹਤ ਦਾ ਵੀ ਛੋਟਾ ਮੋਟਾ ਸਿਲਸਿਲਾ ਸ਼ੁਰੂ ਕੀਤਾ ਜਾਏ ਤੇ ਇਹਦੇ ਨਾਲ ਹੀ ਮਾਲਿਸ਼ ਮੁਲਿਸ਼ ਵਗੈਰਾ ਜੀ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਣ। ਠੀਕ ਹੈ ਜੀ। ਜੀ ਅੱਛਾ ਸਰ, ਇਹਦੇ ਵਿੱਚ ਸਟੂਡੈਂਟ ਜਿਨ੍ਹਾਂ ਨੇ ਦਾਖਲਾ ਲੈਣਾ ਹੋਵੇ ਉਹਦਾ ਕੀ ਤਰੀਕੇਕਾਰ ਆ? ਸਰ ਨੈਸ਼ਨਲ ਕੌਂਸਲ ਫਾਰ ਤਿਬ ਵੱਲੋਂ ਮਰਕਜ਼ੀ ਵਜ਼ਾਰਤ ਸਿਹਤ ਇਹਨੂੰ ਮਨਜ਼ੂਰ ਕਰਦੀ ਆ। ਜੀ ਦਾਖਲੇ ਲਈ ਮੈਟ੍ਰਿਕ ਸਾਇੰਸ ਲਾਜ਼ਮੀ ਹੁੰਦਾ। ਮੈਟ੍ਰਿਕ ਸਾਇੰਸ? ਹਾਂਜੀ ਅੱਛਾ ਜੀ। ਮੈਟ੍ਰਿਕ ਸਾਇੰਸ ਵਾਲੇ ਸਟੂਡੈਂਟ ਇਹਦੇ ਵਿੱਚ ਦਾਖਲਾ ਲੈ ਸਕਦੇ ਆ, ਲੇਡੀਜ਼ ਹੋਣ ਜਾਂ ਜੈਂਟਸ ਹੋਣ ਜੀ ਦਾਖਲਾ ਲੈ ਸਕਦੇ ਆ। ਠੀਕ ਹੈ। ਤੇ ਕਿੰਨੇ ਸਾਲ ਦਾ ਕੋਰਸ ਹੈ ਜੀ? 4 ਸਾਲ ਦਾ ਕੋਰਸ ਆ ਜੀ। ਫਾਜ਼ਲ ਤੇ ਬੁਜਰਾਤ ਇਹਦਾ ਨਾਮ ਆ ਜੀ। ਹਾਂਜੀ। ਇਹ 4 ਸਾਲ ਦਾ ਕੋਰਸ। ਸਰ ਅਗਰ ਇਹਨੂੰ ਲਈਏ ਐਲੋਪੈਥੀ ਵੱਲ ਤੇ ਉਹਨਾਂ ਦੇ ਹਿਸਾਬ ਨਾਲ ਇਹ ਕਿਹੜਾ ਉਹਨਾਂ ਦਾ ਮੁਕਾਬਲਾ ਕਰਦਾ ਤੁਹਾਡਾ ਕੋਰਸ? ਸਰ ਉਹਨਾਂ ਦਾ ਮੁਕਾਬਲਾ ਜਦੋਂ MBBS ਨਹੀਂ ਸੀ ਹੁੰਦਾ, ਹਾਂਜੀ ਇੱਕ ਕੋਰਸ ਚੱਲਦਾ ਹੁੰਦਾ ਸੀ LSMF। ਹਾਂਜੀ LSMF। ਹਾਂਜੀ ਤੇ ਉਦੋਂ ਪੁਰਾਣੇ ਜਿਹੜੇ ਡਾਕਟਰ ਹੁੰਦੇ ਸੀ ਹਸਪਤਾਲਾਂ 'ਚ ਲੱਗਦੇ ਉਹ LSMF ਹੀ ਹੁੰਦੇ ਸੀ। ਜੀ MBBS ਬਾਅਦ 'ਚ ਇਹ ਕੋਰਸ ਸ਼ੁਰੂ ਹੋਇਆ। ਜੀ ਬਾਅਦ 'ਚ ਫਿਰ ਉਹਨਾਂ ਨੇ ਇਹ ਸਾਰੇ ਮਤਲਬ ਇਹਨੂੰ ਕਰ ਦਿੱਤਾ, LSMF ਖਤਮ ਹੋ ਗਿਆ। ਜੀ ਸਾਡੇ ਵੀ ਹੁਣ ਇੱਕ ਕੋਰਸ FSC ਤੋਂ ਬਾਅਦ BEMS ਚੱਲ ਰਿਹਾ। ਜੀ ਉਹ ਤਿਬ ਦਾ 5 ਸਾਲਾ ਕੋਰਸ ਹੈ FSC ਤੋਂ ਬਾਅਦ। ਅੱਛਾ ਜੀ। ਤੇ ਸਾਡੀਆਂ ਕੋਸ਼ਿਸ਼ਾਂ ਹੈ ਜੀ ਕਿ ਕੁਝ ਤਬੀਬਾਂ ਨੂੰ ਸਰਵਿਸਾਂ ਮਿਲੀਆਂ ਸੀ, ਜੀ ਲੇਕਿਨ ਬਾਅਦ 'ਚ ਕਿਸੇ ਵਜ੍ਹਾ ਨਾਲ ਗੌਰਮੈਂਟ ਨੇ ਬੈਨ ਲਾਇਆ ਤੇ ਸਾਡੀ ਕੋਸ਼ਿਸ਼ਾਂ ਉਹ ਖੁੱਲ੍ਹ ਜਾਣ। ਜੀ ਉਹਦੇ ਨਾਲ ਹੀ BMS ਦਾ ਜਿਹੜਾ ਕੋਰਸ ਆ ਜੀ ਉਹਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਵੀ ਇਸ ਤਰ੍ਹਾਂ ਰੈਗੂਲਰ ਹੋਵੇ ਜੀ ਤੇ ਉਹ MBBS ਦੇ ਮੁਕਾਬਲੇ ਦਾ ਕੋਰਸ ਆ, ਉਹਦੇ ਮੁਤਾਬਕ ਹੀ ਉਹਨਾਂ ਨੂੰ ਫੈਸਿਲਿਟੀਜ਼ ਦਿੱਤੀਆਂ ਜਾਣ, ਉਹਦੇ ਮੁਤਾਬਕ ਹੀ ਉਹਨਾਂ ਨੂੰ ਹਕੂਕ ਦਿੱਤੇ ਜਾਣ। ਸਾਡੀ ਅੱਛਾ ਸਰ, ਤੁਹਾਡੇ ਜਿਹੜੇ ਇੱਥੇ ਫਾਰਗਤ ਤਹਿਸੀਲ ਹਕੀਮ ਹੁੰਦੇ ਆ ਉਹ ਇਲਾਜ ਕਾਹਦਾ ਕਰ ਸਕਦੇ? ਸਰ ਜੀ ਇਹਦੇ ਵਿੱਚ ਹਰ ਮਰਜ਼ ਦਾ ਇਲਾਜ ਕਰ ਸਕਦੇ ਕਿਉਂਕਿ ਅਸੀਂ ਤਾਂ ਸਾਰੀ ਤਾਲੀਮ ਦੇਈ ਦੀ ਆ ਨਾ ਜੀ। ਠੀਕ ਹੈ ਜੀ। ਲੇਕਿਨ ਮੁਖਤਲਿਫ ਹੁੰਦੇ ਆ ਤਬੀਬਾਂ ਦਾ ਮੁਖਤਲਿਫ ਸ਼ੌਕ ਹੁੰਦਾ। ਹਾਂਜੀ ਕੋਈ ਕਿਸੇ ਪਾਸੇ ਆਪਣੇ ਆਪ ਨੂੰ ਜ਼ਿਆਦਾ ਬਣਾ ਲੈਂਦਾ ਵੀ ਇਹਨਾਂ ਮਰਜ਼ਾਂ ਦਾ ਇਲਾਜ ਕਰਨਾ, ਕਿਉਂਕਿ ਨਾ ਕਿਸੇ ਚੀਜ਼ਾਂ 'ਚ ਜੀ ਮੇਰੇ ਇੱਕ ਸ਼ਾਗਿਰਦ ਸ਼ਹੂਪੁਰ 'ਚ ਨੇ, ਜੀ ਉਹ ਦਮਾਂ ਦਾ ਬਹੁਤ ਅੱਛਾ ਇਲਾਜ ਕਰਦੇ ਆ। ਅੱਛਾ ਜੀ। ਇਸ ਤਰ੍ਹਾਂ ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਤਬੀਬ ਨੇ ਜੀ ਜਿਹੜੇ ਮੁਖਤਲਿਫ ਚੀਜ਼ਾਂ ਦਾ ਇਲਾਜ ਕਰਦੇ ਆ। ਲੇਕਿਨ ਤਿਬ ਵਿੱਚ ਕਿਉਂਕਿ ਸਾਰੀਆਂ ਚੀਜ਼ਾਂ ਦਾ ਇਲਾਜ ਉਹਦੇ ਅਸੂਲ ਇਲਾਜ ਦੱਸੇ ਜਾਂਦੇ ਆ। ਜੀ ਕੋਈ ਆਦਮੀ ਅਗਰ ਚਾਹਵੇ ਕਿ ਮੈਂ ਸਾਰੀਆਂ ਮਰਜ਼ਾਂ ਦਾ ਇਲਾਜ ਕਰਨਾ ਹੈ ਜੀ ਤੇ ਉਹ ਆਪਣਾ ਮਤਾਲਾ ਜਾਰੀ ਰੱਖੇ, ਜੀ ਆਪਣੀ ਤਾਲੀਮ ਨੂੰ ਜ਼ਿਆਦਾ ਤੋਂ ਜ਼ਿਆਦਾ ਬਿਹਤਰ ਕਰਦਾ ਜਾਵੇ ਤਾਂ ਸਾਰੀਆਂ ਮਰਜ਼ਾਂ ਦੇ ਵੀ ਇਲਾਜ ਕਰ ਸਕਦਾ ਜੀ। ਜੀ ਠੀਕ। ਅੱਛਾ ਸਰ, ਇਹ ਦਾਖਲੇ ਜਿਹੜੇ ਆ ਸਾਲ 'ਚ ਕਿੰਨੀ ਵਾਰ ਖੁੱਲਦੇ ਆ? ਸਾਲ 'ਚ ਇੱਕ ਦਫਾ ਹੀ ਦਾਖਲਾ ਹੁੰਦਾ ਜੀ। ਜੀ ਦਸੰਬਰ ਵਿੱਚ ਲੇਟ ਫੀਸ ਤੋਂ, ਦਸੰਬਰ ਤੱਕ ਲੇਟ ਫੀਸ ਤੋਂ ਬਗੈਰ ਹੁੰਦਾ। ਹਾਂਜੀ ਜਨਵਰੀ ਵਿੱਚ 1000 ਲੇਟ ਫੀਸ ਹੁੰਦੀ ਆ। ਜੀ ਉਹਦੇ ਬਾਅਦ ਜੇ ਦਾਖਲਾ ਹੋਵੇ ਤਾਂ ਉਹਨੂੰ ਡਬਲ ਵੀ ਦੇਣਾ ਪੈਂਦਾ। ਇਸ ਤਰ੍ਹਾਂ ਕੁਛ ਅਦਵਾਰ ਇਸ ਤਰ੍ਹਾਂ ਹੀ ਹੁੰਦੇ ਆ। ਜਿਵੇਂ ਹੁਣ ਨਵੇਂ ਦਾਖਲੇ ਹੋਣ ਤਾਂ ਉਹ 31 ਦਸੰਬਰ ਤੱਕ ਹੋ ਸਕਦੇ ਆ, ਉਹਦੇ ਬਾਅਦ ਲੇਟ ਫੀਸ ਹੋ ਜਾਏਗੀ। ਜੀ ਸਰ, ਬਹੁਤ ਸ਼ੁਕਰੀਆ। ਅੱਛਾ ਸਰ, ਇੱਕ ਹੋਰ ਸਵਾਲ, ਜਿਸ ਤਰ੍ਹਾਂ ਤੁਸੀਂ ਫਰਮਾਇਆ ਹਰ ਤਬੀਬ ਜਿਹੜਾ ਆ ਉਹਦੀ ਆਪਣਾ ਰੁਝਾਨ ਹੁੰਦਾ, ਜੀ ਜੀ ਤੁਹਾਡਾ ਜਿਹੜਾ ਖਾਸ ਇਲਾਜ ਆ ਉਹ ਕਾਹਦਾ ਜੀ? ਸਰ ਅਸੀਂ ਕੋਸ਼ਿਸ਼ ਤਾਂ ਇਹੀ ਕਰਦੇ ਹਾਂ ਵੀ ਸਾਰੀਆਂ ਮਰਜ਼ਾਂ ਦਾ ਇਲਾਜ ਕਰੀਏ, ਜੀ ਲੇਕਿਨ ਮੇਰੇ ਕੋਲ ਆ ਮਿਰਗੀ, ਹਿਸਟੀਰੀਆ ਵਗੈਰਾ ਦੇ ਇਹਦੇ ਖਾਸੇ ਮਰੀਜ਼ ਆ ਜੀ ਔਰ ਅਲਹਮਦੁਲਿਲਾ ਬਹੁਤ ਸਾਰੇ ਮੁਕੰਮਲ ਠੀਕ ਵੀ ਹੋਏ ਜਿਹੜੇ ਨਾ ਹੁਣ ਦਵਾਈ ਖਾਂਦੇ ਆ ਨਾ ਉਹਨਾਂ ਨੂੰ ਇਹ ਮਰਜ਼ ਆ। ਮਾਸ਼ਾਅੱਲਾ। ਸਰ ਇਹ ਮਿਰਗੀ ਦਾ ਮਰੀਜ਼ ਜਿਹੜਾ ਕਿਸੇ ਵੀ ਉਮਰ ਦਾ ਹੋਵੇ ਜਾਂ ਕੋਈ ਏਜ ਲਿਮਟ ਹੈ? ਸਰ ਜੀ ਕਿਸੇ ਵੀ, ਇਸ ਵੇਲੇ ਮੇਰੇ ਕੋਲ 2 ਮਰੀਜ਼ ਸ਼ਾਹਕੋਟ ਦੇ ਹੈਗੇ ਆ, ਜੀ ਖਾਲਿਦ ਸਾਹਿਬ ਕੋਲ ਨੇ, ਜੀ ਉਹ ਬੱਚੇ ਆ। ਹਾਂਜੀ ਇੱਕ ਬੀਬੀ ਸੀ ਮੇਰੇ ਕੋਲ, ਜੀ ਉਹ ਬੁਢਾਪੇ ਦੀ ਸੀਗੀ, ਜੀ ਉਹਨੂੰ 32 ਦੌਰੇ ਪੈਂਦੇ ਹੁੰਦੇ ਸੀ। ਇੱਥੇ ਕਿ ਡਿਲੀਵਰੀ ਟੇਬਲ ਤੇ ਵੀ ਉਹਨੂੰ ਦੌਰੇ ਪੈ ਜਾਂਦੇ ਸੀ। ਜੀ ਉਹਦਾ ਮੈਂ ਇਲਾਜ ਕੀਤਾ, ਉਹਨਾਂ ਨੂੰ ਇਹੀ ਦੱਸਿਆ ਕਿ ਤੁਸੀਂ ਇਹ ਇਲਾਜ ਕਰਾਉਣਾ ਜਿੱਦਣ ਆਖਰੀ ਦੌਰਾ ਪੈ ਨੂੰ 2.5 ਸਾਲ ਹੋ ਜਾਣ ਉਦੋਂ ਇਲਾਜ ਤੁਹਾਡਾ ਮੁਕੰਮਲ ਹੋਣਾ। ਠੀਕ ਹੈ ਜੀ। ਜੇ ਉਦੋਂ ਪਹਿਲੇ ਤੁਸੀਂ ਇਲਾਜ ਛੱਡ ਜਾਓ ਤਾਂ ਦੌਰਾ ਕਿਸੇ ਵੇਲੇ ਵੀ ਪੈ ਸਕਦਾ। ਜੀ ਜੇ 2.5 ਸਾਲ ਮੁਕੰਮਲ ਹੋ ਜਾਣ ਦੌਰਾ ਪੈ ਨੂੰ ਤਾਂ ਫਿਰ ਇਨਸ਼ਾਅੱਲਾ ਦੁਬਾਰਾ ਨਹੀਂ ਹੁੰਦਾ। ਜੀ ਮਾਸ਼ਾਅੱਲਾ। ਤੇ ਅਲਹਮਦੁਲਿਲਾ ਉਹ ਬੀਬੀ ਜਿਹਨੂੰ 32 ਦੌਰੇ ਰੋਜ਼ ਪੈਂਦੇ ਸੀ, ਜੀ
ਉਹ ਪਹਿਲੇ ਉਹਨਾਂ ਨੂੰ 32 ਤੋਂ 30 ਫਿਰ 30 ਤੋਂ 28 ਕੰਮ ਹੁੰਦੇ ਜੀ ਉਹਨੂੰ 7.5 ਸਾਲ ਲੱਗੇ ਸੀ ਜਦੋਂ ਮੁਕੰਮਲ ਠੀਕ ਹੋ ਗਈ। ਅੱਛਾ ਫਿਰ ਉਹਨੇ ਆਪਣੀ ਮਰਜ਼ੀ ਨਾਲ ਸਾਲ ਹੋਰ ਦਵਾਈ ਖਾਧੀ, ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਹੁਣ ਠੀਕ ਦਵਾਈ ਛੱਡ ਵੀ ਦਿਓ ਤਾਂ ਅਲਹਮਦੁਲਿਲਾ ਬਿਲਕੁਲ ਠੀਕ ਹੋ। ਠੀਕ ਹੈ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਜੀ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਸਾਦੋ ਆਬਾਦ ਰੱਖੇ ਜੀ। ਤੁਹਾਡੀ ਵੀ ਬਹੁਤ ਤੇ ਮਿਹਰਬਾਨੀ ਸਾਡੇ ਸਰ। ਨਾਲ ਬੈਠੇ ਹਕੀਮ ਖਾਲਦ ਸਾਹਿਬ ਜੀ। ਖਾਲਦ ਸਾਹਿਬ, ਨੂਰਪੁਰੀ ਤਿਬੀਆ ਕਾਲਜ ਦੇ ਬਾਰੇ ਕੁਝ ਕਲਮਾਤ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬਹੁਤ ਸ਼ੁਕਰੀਆ ਜਰ ਸਾਹਿਬ। ਸਭ ਤੋਂ ਪਹਿਲੇ ਤਾਂ ਇਹ ਹੈ ਕਿ ਮੈਂ ਤੁਹਾਨੂੰ ਤਾਰਫ ਕਰਨਾ ਚਾਹੁੰਦਾ ਜੀ ਉਸਤਾਦ ਮੁਹਤਰਮ ਹਕੀਮ ਇਖਤਿਆਰ ਅਹਿਮਦ ਨਵੀਸ ਸਾਹਿਬ, ਹਾਂਜੀ ਤੇ ਜਿਹੜੇ ਕਿਸੇ ਤਾਰਫ ਦਾ ਮਹਤਾਜ ਨਹੀਂ ਹੈ ਬੇਸ਼ੱਕ ਜੀ। ਔਰ ਇੱਕ ਇਲਮੀ ਸ਼ਖਸੀਅਤ ਨੇ। ਮੈਂ ਪਾਕਿਸਤਾਨ ਵਿੱਚ ਬਹੁਤ ਸੇ ਤਿਬਾ ਕਰਾਮ ਨੂੰ ਮਿਲਿਆ, ਜੀ लेकिन ऐसी शख्सियत इलमी शख्सियत बहसीत इंसान बहसीत तबीब ते मैं बहुत कम लोग ऐसे देखे ने। और मैनू फ़ख्र है कि इन्हां जैसे लोगों की मैनू इन जैसे लोगों ने मेरी तरबियत की थी और मैं इन्हां दा मशकूर हाँ। और मैं तो इन्हों सिर्फ एक उस्ताद नहीं मानता, मैं तो इन्होंने पीर भी मानता है। और मैं अक्सर ਜਿਹੜੀ ਅਲੱਗਾ ਅਲੱਗਾ ਨਹੀਂ ਹੈ ਜੀ। तो इन्हां दी ज़ियारत वास्ते मैं अक्सर हाज़र हुंदा रहिंदा। और जदों भी हाज़र होया तो मैनू बहुत कुछ मेरी औकात तो ज़्यादा मिले, अल्लाह पाक ने अता फरमाया इन्हां सदके। तो नूरपुरी तिबिया कॉलेज के हवाले नाल बात करा तो सानू ये भी फ़ख्र है और बड़ी ही अच्छी बात है कि इन्होंने ऐसी शख्सियत ने एक ऐसा अच्छा अदारा बनाया है जिहदे विच लोग बहुत सारे लोग अपने प्यास बुझाण आंदे ने। और ये बड़ा कामयाब इदारा है माशाअल्लाह, क्योंकि ये खानदानी तबीब ने तो पाकिस्तान के बेहतरीन कॉलेज विचों मैं इन्हों पाया। तो इस हवाले नाल मैं फिर तुहाडा भी शुक्रगुजार है और मैं अपने सर होना का भी कि जिन्हों ने मैनू अपनी तरबियत कबूल फरमाया। बहुत बहुत शुक्रिया जी बहुत शुक्रिया। सलामत। सर